ਡਾਇਨਾਸੌਰਸ ਬਾਰੇ ਹਰ ਕਿਸੇ ਨੇ ਸੁਣਿਆ, ਪਰ ਸਾਡੇ ਵਿੱਚੋਂ ਕਿਸੇ ਨੇ ਵੀ ਕਦੇ ਡਾਇਨਾਸੌਰ ਨੂੰ ਅਸਲ ਦੇ ਵਿੱਚ ਦੇਖਿਆ ਨਹੀਂ। ਡਾਇਨਾਸੌਰਸ ਨੂੰ ਜਾਂ ਤਾਂ ਜਿਹੜੇ ਸਪੈਸ਼ਲ ਕੁਝ ਮਿਊਜ਼ੀਅਮਸ ਬਣਾਏ ਗਏ ਨੇ ਜਿੱਥੇ ਡਾਇਨਾਸੌਰ ਉਹਨਾਂ ਨੂੰ ਬਣਾਇਆ ਗਿਆ ਆ, ਕਿਤੇ ਪਿੰਜਰ ਰੱਖੇ ਹੋਏ ਨੇ, ਉੱਥੇ ਆਪਾਂ ਉਹਨਾਂ ਨੂੰ ਵੇਖਦੇ ਹਾਂ, ਜਾਂ ਫਿਰ ਜਿਹੜੀਆਂ ਇਹਨਾਂ ਦੇ ਉੱਤੇ ਫਿਲਮਾਂ ਬਣੀਆਂ ਗਈਆਂ ਨੇ ਉਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਡਾਇਨਾਸੌਰਸ ਦਿਖਾਏ ਗਏ ਨੇ। ਕਈ ਤਰ੍ਹਾਂ ਦੇ ਵੀ ਮੂੰਹ ਦੇ ਵਿੱਚੋਂ ਅੱਗ ਕੱਢਦੇ ਨੇ, ਕਦੇ ਕੁਛ, ਪਰ ਇਹਨਾਂ ਦੇ ਵਿੱਚ ਸਭ ਦੇ ਵਿੱਚ ਇੱਕ ਕਾਮਨ ਚੀਜ਼ ਹੁੰਦੀ ਹੈ ਕਿ ਬੜੇ ਵੱਡੇ ਆਕਾਰ ਦੇ ਹੁੰਦੇ ਨੇ, ਵੱਡਾ ਸਾਰਾ ਇਹਨਾਂ ਦਾ ਸਾਈਜ਼ ਹੁੰਦਾ ਹੈ ਤੇ ਉਹਨਾਂ ਦੇ ਸਾਈਜ਼ ਨੂੰ ਦੇਖ ਕੇ ਹੀ ਅਸੀਂ ਹੈਰਾਨ रह जाने कि इन्ने वड्डे डायनासौर ते इन्ना मतलब इन्ने खतरनाक जिद्दां फिल्मां दे विच दिखाया जाता है। तो चलो आप असल दे विच ते इन्हां नूं नहीं देखिया, इन्हां बारे जानकारी भी घट आ जिन्नी कि फिल्मां चों मिलदी आ जां जिथों भी उन्नी के सानू पता हुंदी है। बहुत घट जणियां नूं पता होवेगा कि डायनासौर दा अंत किवें होया, ते जदों इन्हां दा अंत होया सीगा उदों ही मनुख प्रजाति जिहड़ी है ਉਹ ਵਿਕਸਿਤ ਹੋਣੀ ਸ਼ੁਰੂ ਹੋਈ ਸੀ। ਅਸੀਂ ਇਹਨਾਂ ਦੇ ਮਰਨ ਤੋਂ ਬਾਅਦ ਹੀ ਵਿਕਸਿਤ ਹੋਏ ਹਾਂ ਤੇ ਅੱਜ ਦਾ ਮਨੁੱਖ ਬਣਿਆ। ਇਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਦਰਅਸਲ ਡਾਇਨਾਸੌਰ ਇੱਕ ਰੀਂਗਣ ਵਾਲੀ ਪ੍ਰਜਾਤੀ ਵਿੱਚੋਂ ਨੇ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਬੜਾ ਲੰਬਾ ਸਮਾਂ ਰਾਜ ਕੀਤਾ ਹੈ। ਅੱਜ ਤੋਂ ਲਗਭਗ 14 ਕਰੋੜ ਸਾਲ ਪਹਿਲਾਂ ਦੰਤਾਕਾਰ ਛਿਪਕਲੀਆਂ ਦਾ ਇਸ ਧਰਤੀ ਦੇ ਉੱਤੇ ਰਾਜ ਸੀ। ਫਿਰ ਕੀ ਇਹੋ ਜਿਹੀ ਘਟਨਾ ਵਾਪਰੀ ਕਿ ਇਹ ਹਮੇਸ਼ਾ ਵਾਸਤੇ ਗਾਇਬ ਹੋ ਗਏ? ਅਸੀਂ ਹੁਣ ਕਦੇ ਇਹਨਾਂ ਨੂੰ ਦੇਖ ਹੀ ਨਹੀਂ ਸਕਦੇ। ਇਸ ਵਾਸਤੇ ਸਾਨੂੰ ਜਾਣਾ ਪਵੇਗਾ ਪਿਛਲੇ ਸਮੇਂ ਦੇ ਵਿੱਚ, ਅੱਜ ਤੋਂ ਲਗਭਗ 6.5 ਕਰੋੜ ਸਾਲ ਪਿੱਛੇ। ਉਸ ਸਮੇਂ ਜਦੋਂ ਧਰਤੀ ਤੇ ਬੜਾ ਹੀ ਸੁਹਾਵਣਾ ਮੌਸਮ ਸੀ, ਬੇਹੱਦ ਠੰਡਾ ਤੇ ਹਰ ਪਾਸੇ ਅੰਤਾਂ ਦੀ ਹਰਿਆਲੀ ਸੀ। ਉਦੋਂ ਧਰਤੀ ਦੇ ਉੱਤੇ ਡਾਇਨਾਸੌਰ ਰਹਿੰਦੇ ਸੀ ਤੇ ਇਹਨਾਂ ਦੇ ਨਾਲ ਹੀ ਇੱਕ ਚੂਹੇ ਦੇ ਆਕਾਰ ਵਾਲੀ ਪ੍ਰਜਾਤੀ ਰਹਿੰਦੀ ਸੀ। ਇਹ ਮੈਮਲ ਸੀ ਜੋ ਕਿ ਇਨਸਾਨਾਂ ਦੀ ਤਰ੍ਹਾਂ ਬੱਚੇ ਪੈਦਾ ਕਰਦੇ ਸੀ, ਜੀਵ ਨੂੰ ਜਨਮ ਦਿੰਦੇ ਸੀ ਤੇ ਜਿਹੜੇ ਡਾਇਨਾਸੌਰ ਆ ਉਹ ਅੰਡੇ ਦਿੰਦੇ ਸੀ। ਇਹ ਜਿਹੜੇ ਛੋਟੇ ਛੋਟੇ ਮੈਮਲ ਸੀ ਡਾਇਨਾਸੌਰਸ ਦੇ ਡਰ ਤੋਂ ਇਹ ਖੁੱਡਾਂ ਦੇ ਵਿੱਚ ਲੁਕੇ ਰਹਿੰਦੇ ਸੀ ਤੇ ਇਹਨਾਂ ਦਾ ਜ਼ਮੀਨ ਦੇ ਅੰਦਰ ਰਹਿਣਾ ਬਾਅਦ ਵਿੱਚ ਜਦੋਂ ਡਾਇਨਾਸੌਰਸ ਦਾ ਅੰਤ ਹੋਇਆ ਇਹਨਾਂ ਵਾਸਤੇ ਵਰਦਾਨ ਬਣਨ ਵਾਲਾ ਸੀ। ਉਹ ਕਿਵੇਂ, ਇਸ ਬਾਰੇ ਆਪਾਂ ਵੀਡੀਓ ਦੇ ਵਿੱਚ ਅੱਗੇ ਜਾ ਕੇ ਗੱਲ ਕਰਾਂਗੇ। ਜਦੋਂ ਇਹ ਡਾਇਨਾਸੌਰ ਧਰਤੀ ਉੱਤੇ ਰਹਿ ਰਹੇ ਸੀ ਤਾਂ ਉਦੋਂ 10 ਕਿਲੋਮੀਟਰ ਵਾਲਾ ਡਾਇਆਮੀਟਰ ਵਾਲਾ ਇੱਕ ਐਸਟਰੋਇਡ ਧਰਤੀ ਵੱਲ ਨੂੰ ਆ ਰਿਹਾ ਸੀ ਤੇ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਡਾਇਨਾਸੌਰਸ ਦੇ ਅੰਤ ਦੀ, ਧਰਤੀ ਦੇ ਵਿਨਾਸ਼ ਦੀ ਤੇ ਮਨੁੱਖ ਦੇ ਵਿਕਸਿਤ ਹੋਣ ਦੀ। ਇਹ ਜਿਹੜਾ ਐਸਟਰੋਇਡ ਸੀਗਾ ਇਹ ਧਰਤੀ ਦੀ ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਸੀ ਤੇ ਜਦੋਂ ਹੀ ਇਹ ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਆਇਆ ਤਾਂ ਇਹ ਜ਼ਿਆਦਾ ਸਪੀਡ ਦੇ ਨਾਲ ਧਰਤੀ ਵੱਲ ਵਧਣਾ ਸ਼ੁਰੂ ਹੋ ਗਿਆ। ਆਪਾਂ ਜਿਵੇਂ ਕਿ ਪਹਿਲਾਂ ਸਭ ਨੇ ਪੜ੍ਹਿਆ ਹੋਇਆ ਹੈ ਕਿ ਜਦੋਂ ਇੱਕ ਰੁੱਖ ਤੋਂ ਸੇਬ ਥੱਲੇ ਡਿੱਗਦਾ ਆ, ਉਹ ਥੱਲੇ ਹੀ ਕਿਉਂ ਡਿੱਗਦਾ ਹੈ, ਉਹ ਤਾਂ ਨੂੰ ਕਿਉਂ ਨਹੀਂ ਜਾਂਦਾ? ਇਹਦਾ ਕਾਰਨ ਸਾਨੂੰ ਸਭ ਨੂੰ ਪਤਾ ਆ, ਉਹ ਗ੍ਰੈਵਿਟੀ ਦਾ ਕਰਕੇ, ਗ੍ਰੈਵਿਟੇਸ਼ਨਲ ਫੋਰਸ ਦਾ ਕਰਕੇ ਉਹ ਜਿਹੜਾ ਸੇਬ ਆ ਕੋਈ ਵੀ ਚੀਜ਼ ਆ ਉਹ ਥੱਲੇ ਧਰਤੀ ਵੱਲ ਜਾਂਦੀ ਹੈ। ਇਸੇ ਤਰ੍ਹਾਂ ਇਹ ਐਸਟਰੋਇਡ ਵੀ ਗ੍ਰੈਵਿਟੀ ਦਾ ਕਰਕੇ, ਗ੍ਰੈਵਿਟੇਸ਼ਨਲ ਫੋਰਸ ਦਾ ਕਰਕੇ ਧਰਤੀ ਵੱਲ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਸੀ। ਲਗਭਗ 70,000 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਇਹ ਸਾਡੇ ਵਾਯੂਮੰਡਲ ਦੇ ਵਿੱਚ ਦਾਖਲ ਹੋ ਰਿਹਾ ਸੀ ਤੇ ਜਦੋਂ ਹੀ ਇਹ ਦਾਖਲ ਹੋਇਆ ਤਾਂ ਇਹ ਗੁਰੂਤਾਕਰਸ਼ਣ ਦਾ ਕਰਕੇ ਇੱਕ ਅੱਗ ਦੇ ਵੱਡੇ ਗੋਲੇ ਦੇ ਵਿੱਚ ਤਬਦੀਲ ਹੋ ਗਿਆ। ਇਹਦੀ ਚਮਕ ਜਾਂ ਫਿਰ ਕਹਿ ਲਓ ਇਹਦੀ ਰੋਸ਼ਨੀ ਇੰਨੀ ਜ਼ਿਆਦਾ ਸੀ, ਇੰਨੀ ਤੇਜ਼ ਸੀ ਕਿ 800 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਜੀਵ ਜੰਤੂ ਸੀ ਉਹ ਸਾਰੇ ਇਸ ਰੋਸ਼ਨੀ ਦਾ ਕਰਕੇ ਅੰਨੇ ਹੋ ਗਏ। ਫਿਰ ਉਹ ਇਸ ਐਸਟਰੋਇਡ ਨੂੰ ਮਹਿਸੂਸ ਤਾਂ ਕਰ ਸਕਦੇ ਸੀ ਪਰ ਇਹਨੂੰ ਦੇਖ ਨਹੀਂ ਸੀ ਸਕਦੇ ਕਿਉਂਕਿ ਉਹ ਅੰਨੇ ਹੋ ਚੁੱਕੇ ਸੀਗੇ ਇਹਦੀ ਇੰਨੀ ਜ਼ਿਆਦਾ ਲਾਈਟ ਦਾ ਕਰਕੇ। ਤੇ ਜਦੋਂ ਐਸਟਰੋਇਡ ਧਰਤੀ ਦੇ ਨਾਲ ਟਕਰਾਇਆ ਇੰਨਾ ਵੱਡਾ ਭਿਆਨਕ ਖਤਰਨਾਕ ਧਮਾਕਾ ਹੋਇਆ ਕਿਉਂਕਿ ਜਿੱਦਾਂ ਆਪਾਂ ਇਹਦਾ ਸਾਈਜ਼ ਦੱਸਿਆ ਆ, ਜਿੰਨੀ ਇਹਦੀ ਚਮਕ ਦੱਸੀ ਹੈ ਕਿ ਇਹ ਧਰਤੀ ਦੇ ਜਿੱਦਾਂ ਹਜੇ ਦੂਰੀ ਸੀਗਾ ਤਾਂ ਤਦੋਂ ਹੀ ਇਹਨੇ ਸਾਰੇ ਜੀਵ ਜੰਤੂ ਅੰਨੇ ਕਰ ਦਿੱਤੇ ਤੇ ਜਦੋਂ ਇਹ ਧਰਤੀ ਦੇ ਨਾਲ ਟਕਰਾਇਆ ਤਾਂ ਇੱਕ ਭਿਆਨਕ ਧਮਾਕਾ ਹੋਇਆ। ਉਸ ਧਮਾਕੇ ਦਾ ਕਰਕੇ ਜ਼ਮੀਨ ਦੇ ਵਿੱਚ 180 ਕਿਲੋਮੀਟਰ ਚੌੜਾ 20 ਕਿਲੋਮੀਟਰ ਡੂੰਘਾ ਟੋਆ ਪੈ ਗਿਆ। ਇਸ ਟੋਏ ਦੇ ਵਿੱਚੋਂ ਜਿੰਨਾ ਵੀ ਮੈਟਰ ਵਗੈਰਾ ਨਿਕਲਿਆ ਉਹ ਸਾਰਾ ਅਸਮਾਨ ਦੇ ਵਿੱਚ ਜਾ ਕੇ ਇੱਕ ਵੱਡਾ ਸਾਰਾ ਬੱਦਲ ਬਣ ਗਿਆ। ਫਿਰ ਇਸ ਭੂਚਾਲ ਜਾਂ ਜਿਹੜਾ ਧਮਾਕਾ ਹੋਇਆ ਸੀ ਇੰਨਾ ਤੇਜ਼ ਸੀਗਾ ਕਿ ਉਹਦਾ ਕਰਕੇ ਜ਼ਮੀਨ ਦੇ ਵਿੱਚ ਜਿਹੜੀਆਂ ਭੂਚਾਲ ਦੀਆਂ ਤਰੰਗਾਂ ਸੀ ਧਰਤੀ ਦੀ ਕਰਸਟ ਵਿੱਚ ਕਈ ਕਿਲੋਮੀਟਰ ਤੱਕ ਚਲੀਆਂ ਗਈਆਂ। ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਖਤਰਨਾਕ ਲਹਿਰਾਂ ਪੈਦਾ ਹੋਈਆਂ ਤੇ ਹਰ ਪਾਸੇ ਸੁਨਾਮੀ ਆਉਣੀ ਸ਼ੁਰੂ ਹੋ ਗਈ। ਇੱਥੋਂ ਸ਼ੁਰੂ ਹੁੰਦਾ ਹੈ ਧਰਤੀ ਦਾ ਵਿਨਾਸ਼। ਫਿਰ ਇਸ ਧਮਾਕੇ ਦੇ ਕਰਕੇ ਜਿਹੜੀਆਂ ਰੇਡੀਏਸ਼ਨ ਸੀਗੀਆਂ ਉਹ ਵੀ ਇੰਨੀਆਂ ਤੇਜ਼ ਸੀ ਕਿ 800 ਜਦੋਂ ਆਪਾਂ ਪਹਿਲਾਂ ਦੱਸਿਆ ਕਿ ਇਹਦੇ ਰੇਡੀਅਸ ਦੇ ਵਿੱਚ ਉਸ ਘੇਰੇ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਆ ਰਹੇ ਸੀਗੇ ਉਹ ਸਾਰੇ ਸੜ ਕੇ ਸੁਆਹ ਹੋ ਗਏ
ਤੇ ਬਾਕੀ ਜਿੰਨਾ ਵਾਯੂਮੰਡਲ ਦੇ ਵਿੱਚ ਜਾਂ ਜਿੰਨਾ ਇੱਥੇ ਪਾਣੀ ਸੀਗਾ ਉਹ ਭਾਫ ਬਣ ਕੇ ਗਰਮੀ ਕਿੰਨੀ ਮਤਲਬ ਕ੍ਰੀਏਟ ਹੋਈ ਹੋਵੇਗੀ ਉਸ ਇੰਨੇ ਧਮਾਕੇ ਦਾ ਕਰਕੇ, ਇੰਨੀ ਰੋਸ਼ਨੀ ਦਾ ਕਰਕੇ ਜਿੰਨੀ ਗਰਮੀ ਪੈਦਾ ਹੋਈ ਉਹਦਾ ਕਰਕੇ ਜਿੰਨਾ ਇੱਥੇ ਪਾਣੀ ਸੀ ਉਹ ਭਾਫ ਬਣ ਕੇ ਉੱਪਰ ਅਸਮਾਨ ਦੇ ਵਿੱਚ ਉੱਡ ਗਿਆ। ਇੰਨੀ ਖਤਰਨਾਕ, ਇੰਨੀ ਭਿਆਨਕ ਸਥਿਤੀ ਇੱਥੇ ਪੈਦਾ ਹੋ ਗਈ ਸੀ। ਅਸਮਾਨ ਦੇ ਵਿੱਚ ਉੱਡਣ ਵਾਲੇ ਜੀਵ ਇੱਕ ਵਾਰ ਤਾਂ ਇਸ ਮਾਰੂ ਧਮਾਕੇ ਤੋਂ, ਇਸ ਖਤਰੇ ਤੋਂ ਬਚ ਗਏ, ਪਰ ਇਸ ਵਿਸਫੋਟ ਦਾ ਕਰਕੇ ਜਿਹੜਾ ਲੱਖਾਂ ਮੀਟ੍ਰਿਕ ਧੂੜ ਪੱਥਰ ਅਸਮਾਨ ਦੇ ਵਿੱਚ ਗਿਆ ਉਹ 40 ਕੁ ਮਿੰਟਾਂ ਬਾਅਦ ਅੱਗ ਦੇ ਗੋਲੇ ਬਣ ਕੇ ਧਰਤੀ ਦੇ ਵੱਲ ਆਉਣਾ ਫਿਰ ਤੋਂ ਸ਼ੁਰੂ ਹੋ ਗਿਆ। ਨਾਲ ਦੀ ਨਾਲ ਧੂੜ ਦਾ ਇੱਕ ਵੱਡਾ ਤੂਫਾਨ ਵੀ ਤੇਜ਼ ਗਤੀ ਦੇ ਨਾਲ ਧਰਤੀ ਵੱਲ ਮੌਤ ਲੈ ਕੇ ਆ ਰਿਹਾ ਸੀ। ਇਹ ਜਿਹੜੇ ਧੂੜ ਦੇ ਬੱਦਲ ਸੀ ਇਹ ਕਈ ਕਿਲੋਮੀਟਰ ਤੱਕ ਵੱਡੇ ਤੇ ਮੋਟੇ ਸਨ, ਜਿਹੜੇ ਕਿ ਇੰਨੇ ਕੁ ਵੱਡੇ ਸੀਗੇ ਕਿ ਜੋ ਸੂਰਜ ਦੀ ਰੋਸ਼ਨੀ ਧਰਤੀ ਤੇ ਆ ਰਹੀ ਸੀਗੀ ਉਹਨੂੰ ਇਹਨਾਂ ਨੇ ਰੋਕ ਲਿਆ। ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜੀ ਰੋਸ਼ਨੀ ਆ ਧਰਤੀ ਦੇ ਉੱਤੇ ਕੁਝ ਮਿੰਟਾਂ ਵਾਸਤੇ, ਦਿਨਾਂ ਵਾਸਤੇ, ਮਹੀਨਿਆਂ ਵਾਸਤੇ ਨਹੀਂ, ਕਈ ਸਾਲਾਂ ਵਾਸਤੇ ਇਸ ਧਰਤੀ ਦੇ ਉੱਤੇ ਇਹ ਰੋਸ਼ਨੀ ਪਈ ਹੈ ਨਹੀਂ, ਜਿਹਦਾ ਕਰਕੇ ਰੁੱਖਾਂ ਦੀ ਜਿੰਨੀ ਆਬਾਦੀ ਸੀ ਉਹ ਇੱਥੋਂ ਖਤਮ ਹੋ ਗਈ। ਧਮਾਕੇ ਦਾ ਕਰਕੇ ਬੇਸ਼ੱਕ ਧਰਤੀ ਦੀ 75% ਆਬਾਦੀ, ਡਾਇਨਾਸੌਰ, ਬਾਕੀ ਜਿੰਨੇ ਜੀਵ ਜੰਤੂ ਆ, ਰੁੱਖ ਪੌਦੇ, ਇਹ ਇਸ ਵਿਨਾਸ਼ ਦੇ ਵਿੱਚ ਖਤਮ ਹੋ ਗਏ, ਪਰ ਇਹ ਕਿਸੇ ਹੋਰ ਵਾਸਤੇ ਫਾਇਦੇਮੰਦ ਹੋਣ ਵਾਲਾ ਸੀ। ਇਹ ਧਮਾਕਾ, ਇਹ ਵਿਨਾਸ਼, ਇਹ ਵਿਸਫੋਟ, ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਉਹ ਚੂਹੇ ਦੇ ਆਕਾਰ ਦੇ ਛੋਟੇ-ਛੋਟੇ ਮੈਮਲਸ ਜਿਹੜੇ ਡਾਇਨਾਸੌਰ ਦੇ ਡਰ ਤੋਂ ਖੁੱਡਾਂ ਦੇ ਵਿੱਚ ਲੁਕੇ ਰਹਿੰਦੇ ਸੀ, ਫਿਰ ਉਹ ਗਰਮੀ ਤੋਂ ਬਚਣ ਕਰਕੇ ਵੀ ਜ਼ਮੀਨ ਦੇ ਵਿੱਚ ਰਹਿੰਦੇ ਸੀ। ਉਹਨਾਂ ਨੇ ਸਾਰਾ ਕੁਝ, ਹਰ ਤਰ੍ਹਾਂ ਦਾ ਜੋ ਵੀ ਹੁੰਦਾ ਉਹਨਾਂ ਨੇ ਖਾਣਾ ਪੀਣਾ ਸ਼ੁਰੂ ਕਰ ਦਿੱਤਾ, ਆਪਣੇ ਆਪ ਨੂੰ ਬਚਾਉਣ ਦਾ ਕਰਕੇ, ਸਰਵਾਈਵ ਕਰਨ ਦਾ ਕਰਕੇ। ਇਸ ਵਿਨਾਸ਼ ਤੋਂ ਲੱਖਾਂ ਸਾਲ ਬਾਅਦ ਹੌਲੀ-ਹੌਲੀ ਜਿਹੜੇ ਧਰਤੀ ਆ ਉਹ ਪੂਰੀ ਤਰ੍ਹਾਂ ਨਾਲ ਡਾਇਨਾਸੌਰ ਮੁਕਤ ਹੋ ਗਈ ਸੀ। ਡਾਇਨਾਸੌਰ ਪੂਰੀ ਤਰ੍ਹਾਂ ਨਾਲ ਖਤਮ ਹੋ ਗਏ ਸੀ, ਉਹਨਾਂ ਦਾ ਬਿਲਕੁਲ ਨਾਮੋ ਨਿਸ਼ਾਨ ਵੀ ਇਸ ਧਰਤੀ ਉੱਤੇ ਨਹੀਂ ਸੀ ਬਚਿਆ। ਪਰ ਇਹ ਜਿਹੜਾ ਇੱਥੇ ਇੱਕ ਉਹਨਾਂ ਦੇ ਖਾਤਮੇ ਤੋਂ ਬਾਅਦ ਇੱਥੇ ਇੱਕ ਨਵੀਂ ਪ੍ਰਜਾਤੀ ਦੀ ਸ਼ੁਰੂਆਤ ਹੋ ਰਹੀ ਸੀ। ਮਨੁੱਖ ਦੇ ਪ੍ਰਾਚੀਨ ਪੂਰਵਜ ਵਿਕਸਿਤ ਹੋ ਰਹੇ ਸੀ, ਹੌਲੀ-ਹੌਲੀ ਕਰਕੇ ਉਹ ਵੱਡੇ ਹੋ ਰਹੇ ਸੀ, ਪਰ ਉਹ ਦੇਖਣ ਦੇ ਵਿੱਚ ਅੱਜ ਦੇ ਇਨਸਾਨ ਦੀ ਤਰ੍ਹਾਂ ਬਿਲਕੁਲ ਨਹੀਂ ਸੀ ਲੱਗਦੇ, ਕਿਉਂਕਿ ਅੱਗੇ ਜਾ ਕੇ ਉਹਨਾਂ ਨੇ ਕਈ ਹੋਰ ਪ੍ਰਜਾਤੀਆਂ ਦੇ ਵਿੱਚ ਵਿਕਸਿਤ ਹੋਣਾ ਸੀ। ਤਕਰੀਬਨ 4.5 ਕਰੋੜ ਸਾਲ ਪਹਿਲਾਂ ਧਰਤੀ ਦਾ ਤਾਪਮਾਨ ਫਿਰ ਤੋਂ ਰਹਿਣ ਦੇ ਲਾਇਕ ਬਣਨ ਲੱਗਾ। ਪਹਿਲਾਂ ਇਹ 150 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਤੇ ਇੰਨੇ ਸਮੇਂ ਬਾਅਦ ਇਹ ਫਿਰ 24 ਡਿਗਰੀ ਸੈਲਸੀਅਸ ਤੱਕ ਆ ਗਿਆ, ਯਾਨੀ ਕਿ ਰਹਿਣ ਦੇ ਲਾਇਕ ਬਣ ਚੁੱਕਾ ਸੀ। ਉਦੋਂ ਵੀ ਧਰਤੀ ਦੇ ਵਿੱਚ 24 ਦਿਨ ਦੇ 24 ਘੰਟੇ ਹੀ ਹੁੰਦੇ ਸੀ ਤੇ ਇੱਕ ਵਾਰ ਫਿਰ ਤੋਂ ਧਰਤੀ ਦੇ ਵਿੱਚ ਜਿਹੜੀਆਂ ਦੀਆਂ ਪਲੇਟਾਂ ਆ ਉਹਨਾਂ ਦੇ ਵਿੱਚ ਹਲਚਲ ਹੋਈ। ਕਿਹਾ ਜਾਂਦਾ ਹੈ ਕਿ ਧਰਤੀ ਨੇ ਜਦੋਂ ਸੁਧਾਰ ਕਰਨਾ ਹੁੰਦਾ ਹੈ, ਆਪਣੀ ਸਫਾਈ ਕਰਨੀ ਹੁੰਦੀ ਹੈ ਤਾਂ ਇਹ ਆਪਣੇ ਆਪ ਕਰ ਲੈਂਦੀ ਹੈ, ਤੇ ਇਹ ਵੀ ਇਹਦਾ ਇੱਕ ਸੁਧਾਰ ਹੀ ਹੋ ਰਿਹਾ ਸੀ। ਧਰਤੀ ਆਪਣੇ ਦੋ ਵੱਡੇ ਟੁਕੜਿਆਂ ਨੂੰ ਆਪਸ ਦੇ ਵਿੱਚ ਜੋੜਨ ਜਾ ਰਹੀ ਸੀ ਤੇ ਇਹ ਉਹੀ ਜਗ੍ਹਾ ਸੀ ਜਿੱਥੇ ਅੱਜ ਜ਼ਿਆਦਾਤਰ ਲੋਕ ਬੈਠੇ ਇਸ ਵੀਡੀਓ ਨੂੰ ਦੇਖ ਰਹੇ ਆ। ਗੱਲ ਕਰ ਰਹੇ ਆ ਇੰਡੀਆ ਦੀ। ਇੰਡੀਆ ਏਸ਼ੀਆ ਮਹਾਦੀਪ ਵੱਲ ਵੱਧ ਰਿਹਾ ਸੀ ਤੇ ਇਹਨਾਂ ਦੋਹਾਂ ਟੁਕੜਿਆਂ ਦੇ ਮਿਲਣ ਦਾ ਕਰਕੇ ਨਿਰਮਾਣ ਹੋਇਆ ਜਿਹਨੂੰ ਹਿਮਾਲਿਆ ਪਰਬਤ ਦੇ ਨਾਮ ਨਾਲ ਜਾਣਦੇ ਹਾਂ। ਮਾਊਂਟ ਐਵਰੈਸਟ, ਸਭ ਤੋਂ ਉੱਚੀ ਚੋਟੀ ਹਿਮਾਲਿਆ ਦੀ, ਜੋ ਦੁਨੀਆ ਦੀ ਲਗਭਗ ਅੱਧੀ ਆਬਾਦੀ ਨੂੰ ਪਾਣੀ ਦੇਣ ਵਾਲੀ ਸੀ, ਪਰ ਹਜੇ ਵੀ ਇਸ ਧਰਤੀ ਦੇ ਉੱਤੇ ਕਿਸੇ ਚੀਜ਼ ਦੀ ਕਮੀ ਸੀ। ਟੈਂਪਰੇਚਰ ਸਹੀ ਹੋ ਗਿਆ, ਸਭ ਕੁਝ ਸਹੀ ਹੋ ਗਿਆ, ਪਰ ਫਿਰ ਵੀ ਕਿਸੇ ਚੀਜ਼ ਦੀ ਕਮੀ ਸੀ, ਧਰਤੀ ਅਧੂਰੀ ਸੀ। ਉਹ ਸੀ ਅੱਜ ਦਾ ਮਨੁੱਖ। ਲਗਭਗ 40 ਲੱਖ ਸਾਲ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ ਇੱਕ ਨਵੇਂ ਪਰਬਤ ਦਾ ਨਿਰਮਾਣ ਹੋਇਆ ਜਿਹਨੂੰ ਈਸਟ ਅਫਰੀਕਨ ਰਿਫਟ ਵੈਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪਰਬਤ ਨੇ ਆਉਣ ਵਾਲੀਆਂ ਸਾਰੀਆਂ ਮੌਨਸੂਨ ਹਵਾਵਾਂ ਦੇ ਅੱਗੇ ਇੱਕ ਰੁਕਾਵਟ ਬਣ ਗਿਆ, ਉਹਨਾਂ ਨੂੰ ਰੋਕ ਲਿਆ। ਇਸ ਵਜ੍ਹਾ ਦੇ ਨਾਲ ਇੱਥੋਂ ਦੇ ਜੰਗਲਾਂ ਦੇ ਵਿੱਚ ਮੀਂਹ ਆਉਣਾ ਬੰਦ ਹੋ ਗਿਆ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਏਪਸ, ਜੋ ਕਿ ਰੁੱਖਾਂ ਦੇ ਉੱਤੇ ਹੀ ਰਹਿੰਦੇ ਸੀ। ਵੈਸੇ ਤਾਂ ਜੰਗਲ ਦੇ ਵਿੱਚ ਖਾਣ ਪੀਣ ਦੀ ਕਿਸੇ ਚੀਜ਼ ਦੀ ਕੋਈ ਸਮੱਸਿਆ ਨਹੀਂ ਸੀ ਉਹਨਾਂ ਨੂੰ, ਪਰ ਜਦੋਂ ਜੰਗਲ ਦੇ ਵਿੱਚ ਮੀਂਹ ਹੀ ਨਾ ਪਿਆ, ਜੰਗਲ ਸੁੱਕਣ ਲੱਗੇ, ਰੁੱਖ ਸੁੱਕਣ ਲੱਗੇ, ਇੱਥੋਂ ਦੇ ਜੰਗਲ ਤਬਾਹ ਹੋਣ ਲੱਗੇ, ਤਾਂ ਉਹਨਾਂ ਏਪਸ ਨੂੰ ਉਤਰ ਕੇ ਥੱਲੇ ਆਉਣਾ ਪਿਆ। ਆਪਣੇ ਉਹ ਪੈਰਾਂ ਦੇ ਉੱਤੇ ਖੜੇ ਹੋਣ ਲੱਗੇ, ਉਹ ਥੱਲੇ ਉਤਰ ਕੇ ਆਏ, ਜਿਹੜੀ ਚੀਜ਼ ਉਹਨਾਂ ਨੂੰ ਮਿਲਦੀ ਉਹ ਉਹਨਾਂ ਚੀਜ਼ਾਂ ਨੂੰ ਖਾਣ ਲੱਗੇ। ਆਰਡੀਪੀਥੇਕਸ ਰਾਮਿਡਸ, ਜਿਨ੍ਹਾਂ ਨੂੰ ਕਿ ਮਨੁੱਖ ਦੇ ਪੂਰਵਜ ਵਜੋਂ ਜਾਣਿਆ ਜਾਂਦਾ ਹੈ, ਜੰਗਲਾਂ ਦੇ ਵਿੱਚ ਰੁੱਖਾਂ ਤੋਂ ਥੱਲੇ ਉਤਰੇ, ਪੈਰਾਂ ਦੇ ਉੱਤੇ ਚੱਲਣਾ ਸ਼ੁਰੂ ਕੀਤਾ, ਫਿਰ ਇਹ ਤੁਰਦੇ ਫਿਰਦੇ ਵੀ ਖਾ ਸਕਦੇ ਸੀ। ਹੌਲੀ-ਹੌਲੀ ਵਿਕਸਿਤ ਹੋਣ ਲੱਗੇ, ਦਿਮਾਗ ਵੀ ਛੋਟੇ ਤੋਂ ਵੱਡਾ ਹੋਣ ਲੱਗਾ। ਇਹਨਾਂ ਨੇ ਅੱਗ ਦੇ ਉੱਤੇ ਕਾਬੂ ਪਾਉਣਾ ਸਿੱਖ ਲਿਆ, ਹਥਿਆਰਾਂ ਨੂੰ ਕਿਵੇਂ ਪੱਥਰਾਂ ਤੋਂ ਹਥਿਆਰਾਂ ਨੂੰ ਬਣਾਉਣਾ ਹੈ ਇਹ ਸਿੱਖ ਲਿਆ।
ਗਰਮੀ ਤੋਂ ਕਿਵੇਂ ਬਚਣਾ ਹੈ ਇਹ ਸਿੱਖ ਲਿਆ ਤੇ ਜਿਹੜੀ ਅੱਗ ਸੀਗੀ ਉਹਦੇ ਨਾਲ ਇਹ ਜਾਨਵਰ ਜਿਹੜੇ ਖਤਰਨਾਕ ਜਾਨਵਰ ਆ ਉਹਨਾਂ ਤੋਂ ਬਚ ਸਕਦੇ ਸੀ, ਸ਼ਿਕਾਰ ਕਰ ਸਕਦੇ ਸੀ। ਮਤਲਬ ਇਹਨਾਂ ਦੀ ਊਰਜਾ ਜਿਹੜੀ ਹੈ ਉਹ ਹੁਣ ਘੱਟ ਲੱਗਣ ਲੱਗੀ ਤੇ ਫਿਰ ਅੱਗ ਤੇ ਜਦੋਂ ਕਾਬੂ ਪਾ ਲਿਆ ਤਾਂ ਅੱਗ ਦੇ ਵਿੱਚ ਭੋਜਨ ਨੂੰ ਪਕਾ ਕੇ ਖਾ ਸਕਦੇ ਸੀ ਤੇ ਪੱਕਾ ਹੋਇਆ ਭੋਜਨ ਖਾਣ ਦੇ ਨਾਲ ਵੀ ਇਹਨਾਂ ਦੀ ਊਰਜਾ ਘੱਟ ਲੱਗਦੀ ਸੀ। ਊਰਜਾ ਇਧਰ ਸਾਰੇ ਪਾਸਿਓਂ ਘੱਟ ਕੇ ਉਹਨਾਂ ਦੇ ਦਿਮਾਗ ਵੱਲ ਲੱਗਣ ਲੱਗੀ, ਦਿਮਾਗ ਜ਼ਿਆਦਾ ਵਿਕਸਿਤ ਹੋਣ ਲੱਗਾ। ਹੋਮੋ ਇਰੈਕਟਸ ਬਾਕੀ ਜੀਵਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਹੁਸ਼ਿਆਰ ਸੀ। ਇਹ ਸਭ ਤੋਂ ਪਹਿਲੇ ਜੀਵ ਜਿਨ੍ਹਾਂ ਨੇ ਮਿਲ ਜੁਲ ਕੇ ਰਹਿਣਾ ਸ਼ੁਰੂ ਕੀਤਾ। ਆਪਣੀ ਸੈਡਨੈਸ ਨੂੰ, ਆਪਣੀ ਫੀਲਿੰਗਸ ਨੂੰ ਇੱਕ ਦੂਜੇ ਤੱਕ ਪਹੁੰਚਾਉਣ ਵਾਸਤੇ ਇਹਨਾਂ ਨੇ ਤਰ੍ਹਾਂ ਦੀਆਂ ਆਵਾਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ, ਜਿਹਦੇ ਤੋਂ ਭਾਸ਼ਾ ਦਾ ਨਿਰਮਾਣ ਹੋਇਆ। ਇਹ ਵਿਕਸਿਤ ਹੋਣ ਲੱਗੇ ਤੇ ਜਿਹੜੀ ਭਾਸ਼ਾ ਦਾ ਇਹਨਾਂ ਨੇ ਨਿਰਮਾਣ ਕੀਤਾ, ਇਹ ਕਹਿ ਸਕਦੇ ਹਾਂ ਕਿ ਇਹਨਾਂ ਦੀ ਸਭ ਤੋਂ ਵੱਡੀ ਕਾਮਯਾਬੀ ਸੀ। ਗੱਲਬਾਤ ਕਰਨ ਲੱਗੇ ਆਪਸ ਦੇ ਵਿੱਚ ਤੇ ਇਹਨਾਂ ਦੇ ਵਿਕਸਿਤ ਹੋਣ ਤੋਂ ਬਾਅਦ ਪੈਦਾ ਹੋਏ ਅਸੀਂ, ਜੋ ਕਿ ਅੱਜ ਦਾ ਇਨਸਾਨ ਆ, ਅੱਜ ਦਾ ਮਨੁੱਖ ਆ। ਅੱਜ ਤੋਂ ਤਕਰੀਬਨ 2 ਲੱਖ ਸਾਲ ਪਹਿਲਾਂ ਬਣੇ ਹੋਮੋ ਸੇਪੀਅਨਸ, ਜੋ ਕਿ ਸਭ ਤੋਂ ਵੱਧ ਬੁੱਧੀਮਾਨ ਜੀਵ ਉਹ ਬਣੇ ਤੇ ਉਹਨਾਂ ਦੇ ਕੋਲ ਜੋ ਕਹਿ ਸਕਦੇ ਆ ਕਿ ਬਾਕੀ ਦੇ ਸਾਰੇ ਧਰਤੀ ਦੇ ਉੱਤੇ ਜਿੰਨੇ ਵੀ ਜੀਵ ਜੰਤੂ ਮੌਜੂਦ ਆ ਸਭ ਦੇ ਨਾਲੋਂ ਹੁਸ਼ਿਆਰ ਸੀ। ਉਹਨਾਂ ਦੇ ਕੋਲ ਔਜ਼ਾਰ ਸੀ, ਉਹਨਾਂ ਦੇ ਕੋਲ ਭਾਸ਼ਾ ਸੀ ਤੇ ਸਭ ਤੋਂ ਵੱਡੀ ਚੀਜ਼ ਉਹਨਾਂ ਦੇ ਕੋਲ ਦਿਮਾਗ ਸੀ, ਜਿਹੜਾ ਉਹਨਾਂ ਦਾ ਵਿਕਸਿਤ ਹੋ ਚੁੱਕਾ ਸੀ। ਪਹਿਲਾਂ ਸੰਤਰੇ ਦੇ ਆਕਾਰ ਜਿੱਡਾ ਸੀ ਤੇ ਹੁਣ ਉਹ ਆਕਾਰ ਵੱਡਾ ਹੋ ਗਿਆ ਸੀ, ਦਿਮਾਗ ਜ਼ਿਆਦਾ ਹੋ ਗਿਆ ਸੀ ਉਹਨਾਂ ਦਾ। ਦਿਮਾਗ ਤੋਂ ਹੁਣ ਉਹ ਕੰਮ ਕਰਦੇ ਸੀਗੇ, ਸਾਰਾ ਕੁਝ ਵਿਕਸਿਤ ਹੋ ਗਿਆ। ਹੁਣ ਇਹ ਤੁਸੀਂ ਦੇਖਿਆ ਕਿ ਆਪਾਂ ਕੁਝ ਮਿੰਟ ਪਹਿਲਾਂ ਅੱਜ ਤੋਂ 650 ਕਰੋੜ ਸਾਲ ਪਿੱਛੇ ਦਾ ਸਫ਼ਰ ਤੈਅ ਕੀਤਾ ਆ ਤੇ ਆਪਾਂ ਹੁਣ ਵਾਪਸ ਆ ਚੁੱਕੇ ਹਾਂ ਅੱਜ ਦੀ ਦੁਨੀਆ ਦੇ ਵਿੱਚ। ਡਾਇਨਾਸੌਰ ਦੀ ਦੁਨੀਆ ਤੋਂ ਚੱਲ ਕੇ ਅੱਜ ਦੇ ਇਨਸਾਨ ਦੀ ਦੁਨੀਆ ਤੱਕ ਪਹੁੰਚ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਉਦੋਂ ਧਰਤੀ ਕਿਹੋ ਜਿਹੀ ਸੀ, ਜੀਵਨ ਕਿਹੋ ਜਿਹਾ ਸੀ, ਇਨਸਾਨ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ। ਪਹਿਲਾਂ ਉਹ ਕਿਹੋ ਜਿਹਾ ਸੀਗਾ ਕਿ ਇੱਕ ਜਾਨਵਰ ਸੀ, ਛੋਟੇ ਜੀਵ ਸੀਗੇ, ਚੂਹੇ ਦੇ ਆਕਾਰ ਤੋਂ ਜੀਵ ਵੱਡਾ ਹੁੰਦਾ ਅੱਜ ਦਾ ਇਨਸਾਨ ਕਿੰਨਾ ਵੱਡਾ ਇੱਥੋਂ ਤੱਕ ਉਹ ਪਹੁੰਚਿਆ ਹੈ। ਸਾਰਾ ਕੁਝ ਵਿਕਸਿਤ ਹੋ ਗਿਆ, ਅਸੀਂ ਅੱਜ ਆਧੁਨਿਕ ਬਣ ਗਏ ਹਾਂ। ਧਰਤੀ ਦੇ ਉੱਤੇ ਕਿੰਨਾ ਕੁਝ ਬਦਲ ਗਿਆ ਆ। ਅੱਜ ਸਾਇੰਸ ਦਾ ਯੁੱਗ ਆ ਗਿਆ ਆ, ਸਾਨੂੰ ਸਭ ਕੁਝ ਪਤਾ ਹੈ, ਹਰੇਕ ਚੀਜ਼ ਦੇ ਆਪਾਂ ਕਾਰਨ ਲੱਭ ਸਕਦੇ ਹਾਂ, ਜਾਣ ਸਕਦੇ ਹਾਂ। ਧਰਤੀ ਕਿਵੇਂ ਬਣੀ, ਇਨਸਾਨੀ ਜੀਵਨ ਕਿਵੇਂ ਬਣਿਆ, ਅਸੀਂ ਕਿਵੇਂ ਤੁਰਦੇ ਫਿਰਦੇ ਹਾਂ, ਸਮੁੰਦਰ ਕਿੱਥੋਂ ਆਏ, ਚੰਨ, ਤਾਰੇ, ਆਕਾਸ਼, ਮਤਲਬ ਪੂਰਾ ਬ੍ਰਹਿਮੰਡ, ਗਲੈਕਸੀ, ਸਾਰੇ ਕੁਝ ਦਾ ਆਪਾਂ ਨੂੰ ਅੱਜ ਆਪਾਂ ਕਾਰਨ ਲੱਭ ਸਕਦੇ ਹਾਂ। ਪਰ ਸਾਡਾ ਜਿਹੜਾ ਸਫ਼ਰ ਆ, ਮਨੁੱਖ ਦਾ ਸਫ਼ਰ ਇੱਥੇ ਹੀ ਖਤਮ ਨਹੀਂ ਹੁੰਦਾ। ਅਜੇ ਅੱਗੇ ਹੋਰ ਪਤਾ ਨਹੀਂ ਕਿੱਥੇ ਜਾਣਾ ਆ, ਕੀ ਕੁਝ ਨਿਕਲ ਕੇ ਸਾਹਮਣੇ ਆਉਣਾ ਆ। ਇਹ ਸਾਇੰਸ ਦੀ ਦੁਨੀਆ ਜਿਹੜੀ ਹੈ ਇੱਥੇ ਖਤਮ ਨਹੀਂ ਹੁੰਦੀ, ਹਜੇ ਹੋਰ ਕੁਝ ਬਹੁਤ ਨਵਾਂ ਅਨੋਖਾ, ਹੈਰਾਨੀਜਨਕ ਸਾਹਮਣੇ ਆਉਣਾ ਹੈ। ਸਾਡੀ ਅੱਜ ਦੀ ਇਹ ਜਿਹੜੀ ਵੀਡੀਓ ਆ, ਅੱਜ ਦਾ ਇਹ ਸਫ਼ਰ ਆ ਡਾਇਨਾਸੌਰਸ ਤੋਂ ਲੈ ਕੇ ਮਨੁੱਖ ਤੱਕ ਦਾ, ਇਹ ਕਿਹੋ ਜਿਹਾ ਲੱਗਿਆ, ਆਪਣੇ ਕੀਮਤੀ ਜਿਹੜੇ ਸੁਝਾਅ ਆ, ਵਿਚਾਰ ਆ, ਉਹ ਕਮੈਂਟ ਕਰਕੇ ਜ਼ਰੂਰ ਦਿਓ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।